ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਦੇ ਮਾਧਿਅਮ ਰਾਹੀਂ ਮੈਂ ਰਾਜੇਸ਼ਵਰ ਕੌਰ ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਪ੍ਰੋਗਰਾਮ ਵਿੱਚ ਆਪ ਜੀ ਮਿਲਦੇ ਹੋ, ਜਾਂ ਅਸੀਂ ਕਹਿ ਲਈਏ ਕਿ ਅਸੀਂ ਉਹਨਾਂ ਸਿੰਘਣੀਆਂ ਨੂੰ, ਉਹਨਾਂ ਬੀਬੀਆਂ ਨੂੰ ਆਪ ਜੀ ਦੇ ਰੂਬਰੂ ਕਰਾਉਂਦੇ ਹਾਂ ਜੋ ਪੰਥ ਪ੍ਰਤੀ ਜਾਂ ਮਨੁੱਖ ਮਾਤਰ ਲਈ ਬੜੀਆਂ ਹੀ ਕੀਮਤੀ ਵਡਮੁੱਲੀਆਂ ਸੇਵਾ ਨਿਭਾ ਰਹੀਆਂ ਨੇ। ਆਪ ਜੀ ਨੇ ਪੰਥ ਦੀਆਂ ਬੀਬੀਆਂ ਪਾਸੋਂ ਜੋ ਕਥਾ, ਕੀਰਤਨ, ਢਾਡੀ ਵਾਰਾਂ ਜਾਂ ਫਿਰ ਸ਼ਸਤਰ ਕਲਾ ਵਿੱਚ ਜੋ ਨਿਪੁੰਨ ਰਹੀਆਂ ਨੇ, ਜਾਂ ਰਾਗ ਗਾਇਨ ਵਿੱਚ, ਜਾਂ ਬਹੁਤ ਸਾਰੇ ਐਸੇ ਕਿੱਤੇ ਜਾਂ ਫੀਲਡਸ ਕਹਿ ਲਈਏ ਜਿਨ੍ਹਾਂ ਵਿੱਚ ਬੜੀਆਂ ਹੀ ਖੂਬਸੂਰਤ ਜੌਬਸ ਨਿਭਾ ਰਹੀਆਂ ਨੇ, ਕਾਰਜ ਕਰ ਰਹੀਆਂ ਨੇ। ਅਤੇ ਅੱਜ ਜੋ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ, ਖਾਲਸਾ ਪੰਥ ਨੂੰ ਉਹਨਾਂ 'ਤੇ ਬਹੁਤ ਮਾਣ ਹੈ ਔਰ ਦਿਲੋਂ ਹਰ ਸਿੱਖ, ਚਾਹੇ ਉਹ ਇੱਕ ਸਿੰਘ ਹੈ ਜਾਂ ਉਹ ਬੀਬੀ ਹੈ, ਉਹਨਾਂ ਦਾ ਸਤਿਕਾਰ ਕਰਦਾ ਹੈ, ਕਿਉਂਕਿ ਜੋ ਸੇਵਾ ਉਹ ਨਿਭਾ ਰਹੇ ਹਨ ਉਹ ਅੱਜ ਤਾਈਂ ਕੋਈ ਨਿਭਾ ਨਹੀਂ ਸਕਿਆ। ਮੈਂ ਗੱਲ ਕਰ ਰਹੀ ਹਾਂ ਬਹੁਤ ਹੀ ਸਤਿਕਾਰਯੋਗ ਬੀਬੀ ਅਮਰਜੀਤ ਕੌਰ ਜੀ ਦੀ। ਤੇ ਆਓ ਕੁਝ ਵੀ ਕਹਿਣ ਸੁਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਕਰੀਏ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਆਪ ਜੀ ਨੂੰ ਮੈਂ ਜਿਉਂ ਆਇਆਂ ਆਖਦੀ ਹਾਂ। ਬਹੁਤ ਧੰਨਵਾਦ ਜੋ ਆਪ ਜੀ ਨੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਤੇ ਸਾਡੇ ਸਟੂਡੀਓ ਵਿੱਚ ਆਏ ਹੋ। ਮੈਂ ਕੁਝ ਵੀ ਕਹਾਂ ਜਾਂ ਕੋਈ ਸਵਾਲ ਪੁੱਛਾਂ, ਮੈਂ ਚਾਹਾਂਗੀ ਕਿ ਆਪ ਜੀ ਆਪਣੇ ਸ਼ਬਦਾਂ ਵਿੱਚ ਸਾਡੀ ਸੁਣਨ ਵਾਲੀ ਸਮੂਹ ਸੰਗਤ ਨੂੰ ਆਪਣੇ ਬਾਰੇ ਕੁਝ ਦੱਸੋ। ਮੈਂ ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਜੀ ਗੁਰਸਿੱਖ ਪਰਿਵਾਰ ਵਿੱਚ ਪਟਿਆਲੇ ਵਿੱਚ ਮੇਰਾ ਜਨਮ ਹੋਇਆ। ਮੇਰੇ ਪਿਤਾ ਨੇ ਮੈਨੂੰ ਸਿੱਖੀ ਸਿਧਾਂਤਾਂ ਦੇ ਅਨੁਸਾਰ ਪਾਲਣ ਪੋਸ਼ਣ ਕਰਨ ਤੋਂ ਬਾਅਦ MA ਤੱਕ ਪੜ੍ਹਾਈ ਕਰਵਾਈ। ਉਸ ਤੋਂ ਬਾਅਦ ਮੈਂ ਪੰਜਾਬ ਸਿੰਧ ਬੈਂਕ ਵਿੱਚ 20 ਸਾਲ ਦੀ ਸਰਵਿਸ ਨਿਭਾਈ। 20 ਸਾਲ ਦੀ ਸਰਵਿਸ ਤੋਂ ਬਾਅਦ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਸਵੈ ਇੱਛਾ ਦੀ ਇੱਕ ਸਕੀਮ ਆਈ ਜਿਹੜੀ ਕਿ ਮੈਂ ਅਡੋਪਟ ਕੀਤੀ। 20 ਸਾਲ ਸਰਵਿਸ ਦੀ ਕਰਨ ਤੋਂ ਬਾਅਦ ਮੈਂ ਆਪਣਾ ਜੀਵਨ ਸਮਾਜ ਸੇਵਾ ਲਈ ਸਮਰਪਿਤ ਕੀਤਾ ਹੋਇਆ ਤੇ ਅੱਜ ਤੱਕ ਮੈਂ ਸ਼ਾਦੀ ਵੀ ਨਹੀਂ ਕਰਵਾਈ। ਵਾਹਿਗੁਰੂ। ਸੋ ਆਪ ਜੀ ਜਾਣ ਗਏ ਹੋਵੋਗੇ ਕਿ ਅੱਜ ਸਾਡੇ ਸਟੂਡੀਓ ਦੀ ਸ਼ਾਨ ਵਧਾ ਰਹੇ ਨੇ ਬੀਬੀ ਅਮਰਜੀਤ ਕੌਰ ਜੀ। ਵੈਸੇ ਤੇ ਮੇਰਾ ਖਿਆਲ ਨਹੀਂ ਕਿ ਸਿੱਖ ਪੰਥ ਵਿੱਚ ਐਸਾ ਕੋਈ ਵੀ ਹੋਏਗਾ ਜੋ ਇਹਨਾਂ ਤੋਂ ਜਾਣੂ ਨਾ ਹੋਵੇ। ਮੇਰੇ ਵੱਡੇ ਭਾਗ ਜੋ ਮੈਂ ਇਹਨਾਂ ਦੇ ਦਰਸ਼ਨ ਕਰ ਰਹੀ ਹਾਂ ਤੇ ਆਪ ਜੀ ਵੀ ਕਰ ਰਹੇ ਹੋ। ਬਹੁਤਾਤ ਵਿੱਚ ਜਾਂ ਇੱਕ ਸੋਚ ਲਈਏ ਕਿ ਸਾਡੇ ਮਨਾਂ ਵਿੱਚ ਕੁਦਰਤੀ ਹੀ ਇੱਕ ਗੱਲ ਜੋ ਘਰ ਕਰ ਚੁੱਕੀ ਹੈ ਕਿ ਔਰਤਾਂ ਸਭ ਕਾਰਜ ਨਹੀਂ ਕਰ ਸਕਦੀਆਂ। ਦੇ ਹੈਵ ਗॉट देयर ਲਿਮਿਟੇਸ਼ਨਸ। ਪਰ ਅੱਜ ਮੈਂ ਇਹ ਕਹਿ ਸਕਦੀ ਹਾਂ ਕਿ ਜੋ ਬੀਬੀ ਅਮਰਜੀਤ ਕੌਰ ਜੀ ਕਰ ਰਹੇ ਨੇ ਉਹ ਤੇ ਕੋਈ ਅੱਜ ਤਾਈਂ ਮਰਦ ਵੀ ਨਹੀਂ ਕਰ ਸਕਿਆ। ਤੇ ਮੈਂ ਜਾਣਨਾ ਚਾਹਾਂਗੀ ਕਿ ਉਹ ਕਿਹੜਾ ਕਾਰਜ ਹੈ। ਆਪ ਜੀ ਖੁਦ ਹੀ ਸਾਡੀ ਸੰਗਤ ਨੂੰ ਦੱਸੋ ਜੋ ਸੇਵਾ ਆਪ ਜੀ ਨਿਭਾ ਰਹੇ ਹੋ। ਮੈਂ ਜੀ ਆਪਣੀ ਜੌਬ ਛੱਡਣ ਤੋਂ ਬਾਅਦ ਸਮਾਜ ਸੇਵਾ ਦਾ ਇੱਕ ਅਲੱਗ, ਜਿਹਨੂੰ ਫੀਲਡ ਕਹਿੰਦੇ, ਉਹ ਚੁਣਿਆ ਜੀ। ਜਿਵੇਂ ਤੁਸੀਂ ਦੱਸਿਆ ਸੰਗਤ ਨੂੰ ਵੀ ਮਰਦਾਂ ਤੇ ਔਰਤਾਂ ਦੇ ਵਿੱਚ ਕੰਮਾਂ ਦਾ ਵਿਤਕਰਾ ਹੈ ਜੀ। ਮੈਂ ਉਸ ਵਿਤਕਰੇ ਨੂੰ ਦੂਰ ਕਰਕੇ ਜਿਹੜਾ ਕੰਮ ਅੱਜ ਤੱਕ ਮਰਦ ਹੀ ਨਿਭਾਉਂਦੇ ਆਏ ਸੀ, ਦਾਹ ਸੰਸਕਾਰ ਦਾ ਕਾਰਜ, ਅੱਜ ਤੱਕ ਪਿਛਲੇ ਇਤਿਹਾਸ ਨੂੰ ਅਸੀਂ ਦੇਖੀਏ ਤਾਂ ਔਰਤਾਂ ਨੂੰ ਸ਼ਮਸ਼ਾਨ ਭੂਮੀ ਤੱਕ ਜਾਣ ਦੀ ਵੀ ਇਜਾਜ਼ਤ ਨਹੀਂ ਹੁੰਦੀ ਸੀ। ਮੈਂ ਆਪਣੇ ਹੱਥੀਂ ਦਾਹ ਸੰਸਕਾਰ ਕਰਨ ਦਾ ਕਾਰਜ ਚੁਣ ਕੇ ਇੱਕ ਵਿਲੱਖਣ ਮਿਸਾਲ ਆਪਣੀਆਂ ਭੈਣਾਂ ਵਾਸਤੇ ਕਾਇਮ ਕੀਤੀ। ਵਾਹਿਗੁਰੂ। ਜੀ ਹਾਂ, ਬੀਬੀ ਅਮਰਜੀਤ ਕੌਰ ਜੀ ਜੋ ਐਸੀਆਂ ਸਰੀਰ ਹੁੰਦੇ ਨੇ ਜਾਂ ਦੇਹਾਂ ਨੇ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੈ, ਜਿਨ੍ਹਾਂ ਦੀ ਕੋਈ ਪਛਾਣ ਨਹੀਂ ਹੈ, ਜਿਨ੍ਹਾਂ ਪਿੱਛੇ ਕੋਈ ਨਾਮ ਨਹੀਂ ਹੈ, ਇਹ ਉਹਨਾਂ ਦਾ ਦੇਹ ਸੰਸਕਾਰ ਕਰਦੇ ਨੇ।
ਤੇ ਬੀਬੀ ਜੀ मैं आप जी तो ये पूछना चाहूँगी कि ये सारा प्रोसैस ये शुरू किद्दां हुंदा है ते आप जी इसनूं अंजाम किवें दिंदे हो? ਇਸ ਤਰ੍ਹਾਂ ਜੀ ਸੜਕਾਂ ਤੇ ਜਿਹੜੇ ਡਿੱਗ ਜਾਂਦੇ ਹੈ ਤੇ ਆਪਣਾ ਨਾਂ ਪਤਾ ਨਹੀਂ ਦੱਸ ਸਕਦੇ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜਿਸ ਹਸਪਤਾਲ ਪਹੁੰਚਾਇਆ ਜਾਂਦਾ ਹੈ, ਚਾਹੇ ਪੁਲਿਸ ਪਹੁੰਚਾਏ, ਸਾਨੂੰ ਇਨਫੋਰਮੇਸ਼ਨ ਆਏ ਤਾਂ ਅਸੀਂ ਆਪਣੀ ਐਂਬੂਲੈਂਸ ਲੈ ਕੇ ਜਾਂਦੇ ਹਾਂ। ਮੇਰੇ ਕੋਲ ਆਪਣੀ ਐਂਬੂਲੈਂਸ ਹੈ ਜਿਹਨੂੰ ਮੈਂ ਖੁਦ ਹੀ ਡਰਾਈਵ ਕਰਦੀ ਹੈਗੀ ਹਾਂ, ਤੇ ਅਸੀਂ ਉਸ ਇੰਡੀਵਿਜੂਅਲ ਨੂੰ, ਚਾਹੇ ਉਹ ਔਰਤ ਹੈ, ਚਾਹੇ ਉਹ ਬੱਚਾ ਹੈ, ਚਾਹੇ ਉਹ ਪੁਰਸ਼ ਹੈ, ਉਸ ਨੂੰ ਅਸੀਂ ਹਸਪਤਾਲ ਪਹੁੰਚਾ ਕੇ ਉਹਦਾ ਉਦੋਂ ਤੱਕ ਦੇਖਭਾਲ ਕਰਦੇ ਹਾਂ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦਾ। ਪਰ ਜੇ ਪ੍ਰਮਾਤਮਾ ਦੀ ਕਿਰਪਾ ਉਹਦੇ ਤੇ ਨਹੀਂ ਹੁੰਦੀ, ਉਹ ਠੀਕ ਨਹੀਂ ਹੋ ਪਾਉਂਦਾ, ਤਾਂ ਉਸ ਦਾ ਜਿਹੜਾ ਬਾਕੀ ਫਾਰਮੈਲਿਟੀਜ਼ ਹੁੰਦੀਆਂ ਜਿਨ੍ਹਾਂ ਨੂੰ ਪੁਲਿਸ ਨੇ ਪੂਰਾ ਕਰਨਾ ਹੁੰਦਾ, ਉਹਨਾਂ ਦੇ ਹੋਣ ਤੋਂ ਬਾਅਦ ਪੁਲਿਸ ਸਾਨੂੰ ਉਸ ਦੇਹ ਨੂੰ ਸਾਡੇ ਸਪੁਰਦ ਕਰ ਦਿੰਦੀ ਹੈ, ਤੇ ਅਸੀਂ ਆਪਣੇ ਉਹਦੇ ਧਰਮ ਦੀ ਪੂਰਨ ਜਾਣਕਾਰੀ ਇਕੱਠੀ ਕਰਦੇ ਹੋਏ ਉਹਦੇ ਧਰਮ ਦੇ ਅਨੁਸਾਰ ਉਹਦਾ ਦਾਹ ਸੰਸਕਾਰ ਮੈਂ ਆਪਣੇ ਹੱਥੀਂ ਕਰਦੀ ਹੈਗੀ। ਵਾਹਿਗੁਰੂ, ਬਹੁਤ ਹੀ ਕਠਿਨ ਇਹ ਕਾਰਜ ਹੈ ਕਿ ਕਿਸੇ ਉਸ ਸਰੀਰ ਦਾ ਸੰਸਕਾਰ ਕਰਨਾ ਜਿਹੜਾ ਕਿਸੇ ਵੀ ਤਰ੍ਹਾਂ ਨਾਲ ਸ਼ਾਇਦ ਤੁਹਾਡਾ ਕੁਛ ਨਾ ਲੱਗਦਾ ਹੋਵੇ, ਕੋਈ ਖੂਨ ਦੀ ਸਾਂਝ ਨਾ ਹੋਵੇ, ਕੋਈ ਰਿਸ਼ਤੇਦਾਰੀ ਨਾ ਹੋਵੇ, ਤੁਸੀਂ ਉਹ ਤੋਂ ਅਣਜਾਣ ਹੋਵੋ, ਪਰ ਆਪਣਾ ਜਾਣ ਕੇ ਤੁਸੀਂ ਉਸ ਦੀ ਤਿਮਾਰਦਾਰੀ ਕਰਾਓ, ਤੇ ਜੇ ਕੋਈ ਭਾਣਾ ਵਰਤ ਜਾਵੇ ਤੇ ਸਾਰੇ ਕਾਰਜ ਉਸ ਦੇ ਧਰਮ ਦੇ ਅਨੁਕੂਲ ਉਹਨਾਂ ਨੂੰ ਕਰਦਿਆਂ ਹੋਇਆਂ ਉਸ ਨੂੰ ਅਗਨ ਭੇਂਟ ਕਰੋ। ਇਹ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਮਿਸਾਲ ਹੈ। ਬੀਬੀ ਜੀ, ਮੈਂ ਜਾਣਨਾ ਚਾਹਾਂਗੀ ਕਿ ਜਿਤਨੀ ਵਾਰੀ ਆਪ ਜੀ ਕੋਈ ਦੇਹ ਦਾ ਸੰਸਕਾਰ ਕਰਦੇ ਹੋ, ਉਤਨੀ ਵਾਰੀ ਹੀ ਉਸ ਲਈ ਪੂਜਾ ਪਾਠ ਜਾਂ ਜੋ ਵੀ ਉਸ ਦੇ ਧਰਮ ਦੇ ਮੁਤਾਬਕ ਹੋਵੇ, ਜਾਂ ਕਲੈਕਟਿਵਲੀ 1 ਮਹੀਨੇ ਬਾਅਦ ਜਾਂ ਸਾਲ ਵਿੱਚ ਕੋਈ ਐਸਾ ਕਾਰਜ ਕਰਦੇ ਹੋ? ਇਸ ਤਰ੍ਹਾਂ ਜੀ ਅਸੀਂ 15 ਦਿਨ ਬਾਅਦ ਅਸਥੀਆਂ ਦਾ ਪ੍ਰਵਾਹ ਕਰਦੇ ਹੈਗੇ ਹਾਂ। ਧਰਮਾਂ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਇੱਕ ਬਾਕਸ ਵਿੱਚ ਅਸੀਂ ਇਕੱਠਾ ਕਰਦੇ ਰਹਿੰਦੇ ਹੈਗੇ ਹਾਂ ਜੀ। ਤੇ ਜਦੋਂ ਇੱਕ ਸਾਨੂੰ ਲੱਗਦਾ ਵੀ ਹੁਣ ਇੱਕ ਪਰਟੀਕੂਲਰ ਨੰਬਰ ਹੋ ਗਿਆ, ਸੇ 50 ਦੇਹਾਂ ਦਾ ਅਸੀਂ ਸੰਸਕਾਰ ਕਰ ਚੁੱਕੇ ਹੈਗੇ ਹਾਂ ਜਾਂ 100 ਦੇਹਾਂ ਦਾ ਸੰਸਕਾਰ ਕਰ ਚੁੱਕੇ ਹਾਂ, ਤਾਂ ਅਸੀਂ ਉਹਨਾਂ ਲਈ ਇੱਕ ਅੰਤਿਮ ਅਰਦਾਸ ਰੱਖਦੇ ਹੈਗੇ ਹਾਂ, ਜਿਹਦੇ ਵਿੱਚ ਅਸੀਂ ਦਿਨ ਦੇ ਵਿੱਚ ਸਾਰੇ ਧਰਮਾਂ ਦੀ ਜਿਹੜੀ ਵੀ ਧਾਰਮਿਕ ਰੀਤੀ ਰਿਵਾਜ ਹੁੰਦੇ ਆ, ਹਵਨ ਕਰਾਉਣਾ ਜਾਂ ਰਮਾਇਣ ਦਾ ਪਾਠ ਕਰਾਉਣਾ ਜਾਂ ਗਰੁੜ ਪੁਰਾਣ ਦਾ ਪਾਠ ਕਰਾਉਣਾ ਜਾਂ ਨਮਾਜ਼ ਅਦਾ ਕਰਨੀ, ਉਹ ਸਾਰਾ ਅਸੀਂ ਦਿਨ ਦੇ ਵਿੱਚ ਕਰਦੇ ਹੈਗੇ ਹਾਂ। ਰਾਤ ਨੂੰ ਅਸੀਂ ਆਪਣੇ ਗੁਰੂ ਦੀ ਕਿਰਪਾ ਨਾਲ ਗੁਰੂ ਸ਼ਬਦ ਦਾ ਕੀਰਤਨ ਦਰਬਾਰ ਲਗਵਾ ਕੇ, ਗੁਰੂ ਸਮਾਗਮ ਲਗਵਾ ਕੇ ਅਸੀਂ ਉਹਨਾਂ ਨੂੰ ਇੱਕ ਅੰਤਿਮ ਸ਼ਰਧਾਂਜਲੀ ਵੀ ਭੇਂਟ ਕਰਦੇ ਹਾਂ, ਤੇ ਉਹਨਾਂ ਦੀ ਜਿਹਨੂੰ ਕਹਿੰਦੇ ਆ ਮੁਕਤੀ ਲਈ ਅਰਦਾਸ ਕਰਦੇ ਹਾਂ। ਵਾਹਿਗੁਰੂ। ਸੋ ਇੱਕ ਐਸਾ ਕਾਰਜ ਜੋ ਇਤਨਾ ਸੁਖੈਨ ਨਹੀਂ ਹੈ, ਕਹੀਏ ਤੇ ਇੱਕ ਸੰਸਕਾਰ ਹੈ ਉਹਨਾਂ ਦਾ, ਜਿਨ੍ਹਾਂ ਦਾ ਸ਼ਾਇਦ ਕੋਈ ਵਾਲੀ ਵਾਰਸ ਨਾ ਹੋਵੇ, ਪਰ ਉਸ ਦੇਹ ਨੂੰ ਵੀ ਇੱਕ ਅੰਤਿਮ ਅਰਦਾਸ ਮਿਲ ਜਾਂਦੀ ਹੈ, ਔਰ ਕੋਈ ਇੱਕ ਅੱਧੇ ਦੀ ਨਹੀਂ ਜਾਂ 2 ਦੀ ਨਹੀਂ, ਜਿਤਨੇ ਵੀ ਇਹਨਾਂ ਨਾਲ ਕਾਰਜ ਕਰ ਰਹੇ ਨੇ ਉਹ ਸਾਰੇ ਹੀ, ਜਿਵੇਂ ਇਹਨਾਂ ਦੱਸਿਆ ਕਿ ਜੇ ਕੋਈ ਜਿਸ ਧਰਮ ਦਾ ਹੈਗਾ ਉਸ ਲਈ ਹਵਨ ਕੀਤਾ ਜਾਂਦਾ ਹੈ, ਪਾਠ ਕੀਤਾ ਜਾਂਦਾ ਹੈ, ਨਮਾਜ਼ ਅਦਾ ਕੀਤੀ ਜਾਂਦੀ ਹੈ। ਮਾਨਸ ਕੀ ਜਾਤ ਸਬੈ ਏਕ ਕੇ ਪਹਿਚਾਨ ਬੋ, ਇਹ ਜੋ ਸਤਿਗੁਰੂ ਜੀ ਦਾ ਫਰਮਾਨ ਹੈ, ਇਹ ਬੀਬੀ ਜੀ, ਇਹ ਸਿੰਘਣੀ ਇਸ ਨੂੰ ਪ੍ਰਤੱਖ ਸਾਡੇ ਮੂਹਰੇ ਕਰਕੇ ਵਿਖਾ ਰਹੇ ਨੇ। ਤੇ ਰਾਤ ਨੂੰ ਸਮੂਹਕ ਅਰਦਾਸ ਲਈ ਕੀਰਤਨ ਦਰਬਾਰ ਸਜਾਇਆ ਜਾਂਦਾ ਹੈ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਉਹਨਾਂ ਦੇ ਸ਼ਾਂਤੀ ਲਈ ਅਰਦਾਸ ਬੇਨਤੀਆਂ ਹੁੰਦੀਆਂ ਨੇ। ਸੋ ਮੈਂ ਆਪ ਜੀ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਿਨ੍ਹਾਂ ਸਰੀਰਾਂ ਦਾ ਆਪ ਜੀ ਸੰਸਕਾਰ ਕਰਦੇ ਹੋ, ਕੀ ਉਹ ਸਿਰਫ ਪੰਜਾਬ ਤੋਂ ਹੀ ਹੁੰਦੇ ਨੇ ਜਾਂ ਬਾਹਰੋਂ ਵੀ ਹੁੰਦੇ ਨੇ? ਇਸ ਤਰ੍ਹਾਂ ਜੀ ਮੈਂ PGI 'ਚ ਬੇਸਡ ਹਾਂ ਵੈਸੇ, ਚੰਡੀਗੜ੍ਹ ਵਿੱਚ ਜੀ। ਉੱਥੇ ਸਾਰੇ ਹਿੰਦੁਸਤਾਨ ਜਿਹਨੂੰ ਆਪਾਂ ਕਹਿੰਦੇ ਹਾਂ ਲੋਕ ਇਲਾਜ ਕਰਾਉਣ ਆਉਂਦੇ ਆ, ਯੂਪੀ, ਮੱਧ ਪ੍ਰਦੇਸ਼, ਬੰਗਾਲ, ਜੰਮੂ ਕਸ਼ਮੀਰ, ਕੋਈ ਵੀ ਸੂਬਾ ਲੈ ਲਓ, ਉੱਥੇ ਹਰ ਤਰ੍ਹਾਂ ਦਾ ਮਰੀਜ਼ ਉੱਥੇ ਪਹੁੰਚਦਾ ਹੈ। ਪਰ ਇੱਥੇ ਮੈਂ ਖਿਮਾ ਚਾਹਾਂਗੀ, ਮੈਂ ਇੱਕ ਸਵਾਲ ਕਰਨਾ ਚਾਹਾਂਗੀ ਕਿ ਇਹ ਜਿਹੜੇ ਦੂਸਰੇ ਪ੍ਰਾਂਤਾਂ ਤੋਂ ਜਾਂ ਦੂਸਰੇ ਸਿਟੀਜ਼ ਤੋਂ ਪੇਸ਼ੈਂਟਸ ਆਉਂਦੇ ਹੋਣਗੇ, ਉਹਨਾਂ ਨਾਲ ਤਾਂ ਉਹਨਾਂ ਦੇ ਪਰਿਵਾਰ ਹੁੰਦੇ ਹੋਣਗੇ ਜੀ। ਤੇ ਕੀ ਕਦੀ ਆਪ ਜੀ ਨੇ ਐਸਾ ਵੀ ਦੇਖਿਆ ਕਿ
बीमारी देख के या रोग देख के अज का समा कलयुग ਦਾ है ਹਾਂਜੀ कई बारी अपने साथ छड़ जाते। ਹਾਂਜੀ ਪਹਿਲੀ ਤਾਂ ਸਮੱਸਿਆ ਉਹਨਾਂ ਨੂੰ ਇਹ ਆਉਂਦੀ ਹੈ ਜੀ, ਇੰਨੀ ਦੂਰ ਬੋਡੀ ਨੂੰ ਟਰਾਂਸਪੋਰਟ ਉਹ ਨਹੀਂ ਕਰ ਸਕਦੇ। ਕਿਸੇ ਨੇ ਬਿਹਾਰ ਸੇ ਇੱਕ ਜ਼ਿਲ੍ਹਾ ਲੈ ਲਓ ਸਮਸਤੀਪੁਰ, ਉੱਥੇ ਤੱਕ ਅੱਜ ਤੱਕ ਸਰਕਾਰ ਨੇ ਵੀ ਕੋਈ ਐਸਾ ਸਾਧਨ ਨਹੀਂ ਬਣਾਇਆ ਹੋਇਆ ਟਰਾਂਸਪੋਰਟ ਦਾ ਜਿਹਦੇ ਵਿੱਚ ਕਿ ਬੋਡੀ ਜਾ ਸਕੇ। ਤੇ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਆ, ਜਿਹੜੇ ਉਹਨਾਂ ਦੇ ਸਾਕ ਸੰਬੰਧੀ ਉਹਨਾਂ ਦੇ ਨਾਲ ਇੱਥੇ ਇਲਾਜ ਕਰਵਾਉਣ ਆਏ ਹੁੰਦੇ ਆ, ਉਹ ਫਿਰ ਮਜਬੂਰ ਹੋ ਕੇ ਉਹਨਾਂ ਨੂੰ ਇੱਥੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਪੈਂਦਾ। ਤੇ ਉਹ ਬਾਅਦ ਵਿੱਚ ਉਹਨਾਂ ਦੀਆਂ ਜਿਹੜੀਆਂ ਅਸਥੀਆਂ, ਜਿਨ੍ਹਾਂ ਨੂੰ ਆਪਾਂ ਫੁੱਲ ਪ੍ਰਵਾਹ ਕਰਨਾ ਕਹਿੰਦੇ ਹੈਗੇ ਆ, ਉਹ ਅਸਥੀਆਂ ਲੈ ਕੇ ਵਿਚਾਰੇ ਉਹਦੇ ਨਾਲ ਹੀ ਸੰਤੁਸ਼ਟ ਹੋ ਕੇ ਆਪਣੇ ਦੇਸ਼ ਵਾਪਸ ਚਲੇ ਜਾਂਦੇ ਹੈਗੇ। ਬਾਕੀ ਮੈਂ ਚੰਡੀਗੜ੍ਹ ਵਿੱਚ ਬੇਸਡ ਹਾਂ, ਉੱਥੇ ਗਰੀਬ ਪਰਿਵਾਰਾਂ ਤੋਂ ਲੋਕ ਵੀ ਇਲਾਜ ਕਰਾਉਣ ਆਉਂਦੇ ਹੈਗੇ, ਕਈ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਆ। ਸਾਡੇ ਚੰਡੀਗੜ੍ਹ ਇੱਕ ਰੋਟਰੀ ਹੈਗੀ ਹੈ, ਉਹਨਾਂ ਨੇ ਇੱਕ ਬੱਚਿਆਂ ਲਈ 1 ਸਾਲ ਤੋਂ ਲੈ ਕੇ 19 ਸਾਲ ਦੇ ਬੱਚਿਆਂ ਲਈ ਹਾਰਟ ਲਾਈਨ ਇੱਕ ਸਕੀਮ ਚਲਾ ਰੱਖੀ ਹੈ, ਜਿਹਦੇ ਵਿੱਚ ਪਾਕਿਸਤਾਨ ਤੋਂ ਬੱਚੇ ਆਪਣਾ ਹਾਰਟ ਦੀਆਂ ਸਰਜਰੀਜ਼ ਕਰਾਉਣ ਇੱਥੇ ਆਉਂਦੇ ਆ। ਉਹਨਾਂ ਵਿੱਚੋਂ ਇੱਕ ਬੱਚਾ ਸਿੰਧ ਪ੍ਰਾਂਤ, ਖਿਪਰੋ ਇੱਕ ਉੱਥੇ ਇਲਾਕਾ ਹੈਗਾ ਸਿੰਧ ਵਿੱਚ, ਉੱਥੋਂ ਆਪਣੇ ਪਿਤਾ ਤੇ ਇੱਕ ਪੜੋਸੀ, ਸਿਰਫ 2 ਇੰਡੀਵਿਜੂਅਲ ਉਹਨੂੰ ਲੈ ਕੇ ਇੱਥੇ ਆਏ। ਉਹਦੀ ਰਿਕਵਰੀ ਤੋਂ ਬਾਅਦ, ਬਲਕਿ ਠੀਕ ਹੋਣ ਤੋਂ ਬਾਅਦ, ਕਿਸੇ ਵਜ੍ਹਾ ਨਾਲ ਉਹ ਬੱਚੇ ਦਾ ਪੂਰਾ ਹੋ ਗਿਆ ਬੱਚਾ, ਤੇ ਉਸ ਦੀ ਬੋਡੀ ਮੈਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਵਾਹਗਾ ਬਾਰਡਰ ਤੱਕ ਉਹਨਾਂ ਦੀ ਐਂਬੂਲੈਂਸ ਵਿੱਚ ਉਹਨਾਂ ਦੇ ਸਪੁਰਦ ਕਰਕੇ ਆਏ ਅਸੀਂ, ਜਿਹੜੇ ਕਿ ਬਾਅਦ ਵਿੱਚ ਉਹ ਆਪਣੇ ਰਸਤਿਆਂ ਦੇ ਰਾਹੀਂ ਖਿਪਰੋ ਪਹੁੰਚੇ। ਤੇ ਅਸੀਂ ਮਤਲਬ ਇਹ ਸੋਚਦੇ ਹਾਂ ਕਿ ਮੌਤ ਦੇ ਅੱਗੇ ਕੋਈ ਧਰਮ, ਕੋਈ ਮੁਲਕ ਔਰ ਕੋਈ ਵੀ ਸੀਮਾ ਮੈਨੇ ਨਹੀਂ ਰੱਖਦੀ ਹੈਗੀ। ਉਦੋਂ ਸਿਰਫ ਇਹ ਹੁੰਦਾ ਹੈ ਕਿ ਜੋ ਵੀ ਪ੍ਰਾਣੀ ਇਸ ਸੰਸਾਰ ਨੂੰ ਛੱਡ ਗਿਆ, ਉਹਦਾ ਸਨਮਾਨ ਪੂਰਵਕ ਅੰਤਿਮ ਸੰਸਕਾਰ ਜਾਂ ਉਹਨੂੰ ਕਿਸ ਤਰ੍ਹਾਂ ਜਾਂ ਉਹਦੇ ਟਿਕਾਣੇ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕੀ ਮੈਂ ਇਹ ਜਾਣ ਸਕਦੀ ਹਾਂ ਬੀਬੀ ਅਮਰਜੀਤ ਕੌਰ ਜੀ ਕਿ ਇਸ ਸਾਰੇ ਪ੍ਰੋਸੈਸ ਲਈ ਫੰਡਿੰਗ ਕਿੱਥੋਂ ਆ ਰਹੀ ਹੈ ਔਰ ਐਕਚੁਅਲੀ ਲੋਕੀ ਤੁਹਾਨੂੰ ਕੰਟੈਕਟ ਕਿੱਦਾਂ ਕਰਦੇ ਆ? ਇਸ ਤਰ੍ਹਾਂ ਜੀ, ਮੈਂ 20 ਸਾਲ ਦੀ ਪੰਜਾਬ ਸਿੰਧ ਬੈਂਕ ਤੋਂ ਜਿਹੜੀ ਸਰਵਿਸ ਨਿਵਰਤੀ ਲਈ, ਉਹਦੇ ਵਿੱਚ ਮੈਨੂੰ ਕੁਝ ਫੰਡ ਮਿਲੇ, ਜਿਹੜੇ ਕਿ ਮੈਂ ਆਪਣੇ ਜਿਹਨੂੰ ਕਹਿੰਦੇ, ਜਿਹਦੇ ਵਿੱਚੋਂ ਪਹਿਲਾਂ ਮੈਂ ਗੁਰੂ ਸਾਹਿਬ ਦੀ ਆਗਿਆ ਦੇ ਅਨੁਸਾਰ ਦਸਵੰਧ ਕੱਢਿਆ। ਉਸ ਦਸਵੰਧ ਨਾਲ ਮੈਂ ਆਪਣਾ ਕੰਮ ਸ਼ੁਰੂ ਕੀਤਾ। ਜਿਸ ਤਰ੍ਹਾਂ ਸਮਾਜ ਵਿੱਚ ਸਾਰੇ ਕੰਮਾਂ ਦੇ ਸਹਿਯੋਗੀ ਸੱਜਣ ਹੁੰਦੇ ਆ, ਮੇਰੇ ਕੰਮ ਦੇ ਵੀ ਸਹਿਯੋਗੀ ਸੱਜਣ ਹੈ। ਪਹਿਲਾਂ ਮੈਂ ਆਪਣੀ ਪੈਨਸ਼ਨ ਨੂੰ ਸਪੈਂਡ ਕਰਦੀ ਹਾਂ। ਜੇ ਮੈਨੂੰ ਤੰਗੀ ਆਉਂਦੀ ਹੈ ਤਾਂ ਲੋਕਾਂ ਨੇ ਮੇਰੇ ਕੋਲ ਆਪਣੇ ਟੈਲੀਫੋਨ ਨੰਬਰ ਤੇ ਐਡਰੈਸ ਨੋਟ ਕਰਾਏ ਹੁੰਦੇ ਆ। ਕੰਮ ਐਸਾ ਜਿਹਦੇ ਲਈ ਅਸੀਂ ਫੰਡ ਰੇਜ਼ ਕਰਕੇ ਨਹੀਂ ਰੱਖ ਸਕਦੇ, ਜਿਹਨੂੰ ਅਸੀਂ ਕਹਿੰਦੇ ਵੀ ਕਾਂਟ ਵਿਸ਼ ਡੈਥ ਟੂ ਐਨੀਵਨ। ਅਸੀਂ ਕਿਸੇ ਲਈ ਮੌਤ ਦੀ ਬਦਦੁਆ ਜਾਂ ਅਰਦਾਸ ਨਹੀਂ ਕਰਦੇ ਹੈਗੇ। ਤੇ ਜਦੋਂ ਮੈਨੂੰ ਕਿਤੇ ਪੈਸੇ ਦੀ ਕਮੀ ਮਹਿਸੂਸ ਹੁੰਦੀ ਹੈ ਤਾਂ ਜਿਸ ਦਾ ਨਾਮ ਮੇਰੇ ਦਿਮਾਗ ਵਿੱਚ ਪਹਿਲੇ ਆਉਂਦਾ, ਮੈਂ ਉਸ ਬੰਦੇ ਨੂੰ ਫੋਨ ਕਰਦੀ ਹਾਂ। ਤੇ ਅੱਜ ਤੱਕ ਇਹ ਨਹੀਂ ਹੋਇਆ ਕਿ ਕਿਸੇ ਨੇ ਮੈਨੂੰ ਨਾ ਵਿੱਚ ਜਵਾਬ ਦਿੱਤਾ ਹੋਵੇ। ਤੇ ਉਹ ਆਪਣਾ ਸ਼ਮਸ਼ਾਨ ਘਾਟ ਪਹੁੰਚ ਕੇ, ਜਿੱਥੇ ਵੀ ਅਸੀਂ ਸੰਸਕਾਰ ਦੀ ਰਸਮਾਂ ਨਿਭਾ ਰਹੇ ਹੁੰਦੇ ਹਾਂ, ਆਪਣੀ ਸਮਰੱਥਾ ਦੇ ਮੁਤਾਬਕ ਲੱਕੜੀ, ਕੱਪੜਾ, ਜੋ ਵੀ ਉਹ ਕਰਨਾ ਚਾਹੁੰਦੇ ਹੈਗੇ, ਉੱਥੇ ਪਹੁੰਚ ਕੇ ਉਹ ਸਾਰਾ ਖਰਚਾ ਉਹ ਆਪ ਅਦਾ ਕਰਦੇ ਹੈਗੇ ਤੇ ਸਾਨੂੰ ਮਤਲਬ ਸਹਿਯੋਗ ਦਿੰਦੇ ਹੈਗੇ ਜੀ। ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਆਪ ਜੀ ਇਕੱਲੇ ਹੋ, ਯੂ ਆਰ ਸਿੰਗਲ, ਤੁਸੀਂ ਵਿਆਹ ਨਹੀਂ ਕਰਵਾਇਆ। ਤੇ ਇੱਕ ਸਮਾਂ ਇਹ ਜ਼ਰੂਰੀ ਤੇ ਨਹੀਂ ਕਿ ਰੋਜ਼ ਤੁਸੀਂ ਇਹ ਕਾਰਜ ਕਰਦੇ ਹੋਵੋ, ਇਹ ਕੋਈ ਡੇਲੀ ਰੂਟੀਨ ਦਾ ਕਾਰਜ ਵੀ ਨਹੀਂ। ਤੇ ਉਹ ਜਿਹੜਾ ਸਮਾਂ ਹੈ ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਉਸ ਸਮੇਂ ਵਿੱਚ ਬੀਬੀ ਅਮਰਜੀਤ ਕੌਰ ਕੀ ਕਰਦੇ ਨੇ? ਉਸ ਸਮੇਂ 'ਚ ਜੀ ਮੈਂ PGI ਵਿੱਚ, ਹੋਰ ਹਸਪੀਟਲ ਵਿੱਚ, ਜਾਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਜਿਹੜੀਆਂ ਹੁੰਦੀਆਂ, ਉਹਨਾਂ ਦੀ ਸ਼ਾਦੀ ਲਈ ਸਹਿਯੋਗ ਕਰਦੀ ਰਹਿੰਦੀ ਹਾਂ, ਫੰਡ ਰੇਜ਼ ਕਰਦੀ ਰਹਿੰਦੀ ਹਾਂ। ਜਿਸ ਕਿਸੇ ਤਰ੍ਹਾਂ ਦੀ ਵੀ ਕਮੀ ਮਰੀਜ਼ ਨੂੰ ਪੇਸ਼ ਆਉਂਦੀ ਹੈ ਜਾਂ ਉਸ ਵਿਆਹ ਕਰਨ ਵਾਲੀ ਕੁੜੀ ਦੇ ਮਾਂ-ਬਾਪ ਨੂੰ ਪੇਸ਼ ਆਉਂਦੀ ਹੈ, ਉਹਨੂੰ ਮੈਂ ਆਪਣੀ ਸਮਰੱਥਾ ਜਾਂ ਸਮਾਜ ਦੇ ਸਹਿਯੋਗ ਨਾਲ ਦੂਰ ਕਰਨ ਲਈ ਫੰਡ ਰੇਜ਼ ਕਰਕੇ ਉਹਨਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ। ਤੇ ਆਪ ਜੀ ਤੇ ਆਪਣੇ ਪਰਿਵਾਰ ਵਿੱਚ ਤੁਹਾਡੇ ਨਾਲ ਕੌਣ-ਕੌਣ ਹੈ? ਮੈਂ ਜੀ ਆਪਣੇ ਮਾਤਾ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ, ਜਿਵੇਂ ਕਹਿੰਦੇ ਆ ਵੀ ਮੈਂ ਹੈੱਡ ਆਫ ਦੀ ਫੈਮਿਲੀ ਬਣ ਗਈ ਹੈਗੀ ਉਮਰ ਦੇ ਤਕਾਜ਼ੇ ਦੇ ਨਾਲ। ਮੇਰਾ ਛੋਟਾ ਭਰਾ ਹੈ ਜਿਹੜਾ ਮੇਰੇ ਤੋਂ 12 ਸਾਲ ਛੋਟਾ, ਉਹਨੂੰ ਮੈਂ ਸੈਟਲ ਕੀਤਾ, ਉਹਦੀ ਸ਼ਾਦੀ ਕੀਤੀ, ਹੁਣ ਉਹ ਮੇਰੇ ਨਾਲ ਰਹਿ ਰਿਹਾ ਹੈਗਾ। ਉਹਦੇ 2 ਛੋਟੇ-ਛੋਟੇ ਬੱਚੇ ਹੈਗੇ ਤੇ ਸਾਡਾ ਇੱਕ ਪਰਿਵਾਰ ਹੈਗਾ ਤੇ ਮੈਂ ਉਹਦੇ ਵਿੱਚ ਖੁਸ਼ ਹੈਗੀ ਹਾਂ। ਦੈਟਸ ਸੋ ਵੈਰੀ ਨਾਈਸ। ਇਹ ਵੀ ਇੱਕ ਮਿਸਾਲ ਹੈ। ਨਹੀਂ ਤੇ ਖਾਸ ਕਰਕੇ ਸਾਡੇ ਸਮਾਜ ਵਿੱਚ ਇਹ ਕਿਹਾ ਜਾਂਦਾ ਹੈ ਕਿ ਹਮੇਸ਼ਾ ਔਰਤ ਨੂੰ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ। ਪਹਿਲਾਂ ਉਹ ਮਾਂ ਪਿਓ ਤੇ ਨਿਰਭਰ ਕਰਦੀ ਹੈ, ਭੈਣ ਭਰਾਵਾਂ ਤੇ ਕਰਦੀ ਹੈ, ਖਾਸ ਕਰਕੇ
ਆਪਣੇ ਤੋਂ ਵੱਡਿਆਂ ਜਾਂ ਆਪਣੇ ਵੀਰਾਂ ਤੇ, ਬਿਕੋਜ਼ ਅਸੀਂ ਇਹ ਜਿਵੇਂ ਪਹਿਲਾਂ ਡਿਸਕਸ ਕੀਤਾ ਕਿ ਇਹ ਮਰਦ ਪ੍ਰਧਾਨ ਸਮਾਜ ਹੈ, ਪਰ ਇਹ ਬੀਬੀ ਅਮਰਜੀਤ ਕੌਰ ਜੀ ਇਹ ਆਪ ਆਪਣੇ ਭਰਾਵਾਂ ਤੇ ਬੱਚਿਆਂ ਦੇ ਪਰਿਵਾਰਾਂ ਨੂੰ ਆਪਣੇ ਨਾਲ ਲੈ ਕੇ ਤੁਰੇ ਹੋਏ ਨੇ। 1 in a million ਇਹ ਹੈ ਸਹੀ ਮਾਇਨੇ ਵਿੱਚ ਸਿੰਘਣੀ। ਅਗਲਾ ਸਵਾਲ ਜੋ ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗੀ ਕਿ ਹਰ ਇੱਕ ਇਨਸਾਨ ਲਈ, ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ, ਇੱਕ ਪ੍ਰੇਰਣਾ ਦਾ ਸਰੋਤ ਹੁੰਦਾ ਹੈ। ਕਈ ਤੇ ਵੱਡੇ ਭਾਗ ਨੇ ਕਿ ਪਰਿਵਾਰਾਂ ਵਿੱਚ ਹੈ, ਸੋ ਥੋੜਾ ਥੋੜਾ ਤੁਹਾਨੂੰ ਇੱਕ ਫੀਡ ਮਿਲਦੀ ਰਹਿੰਦੀ ਹੈ ਉਸ ਚੀਜ਼ ਦੀ, ਜਿਸ ਨਾਲ ਤੁਹਾਡੀ ਪਾਲਣਾ ਪੋਸਣਾ ਉਸ ਤਰੀਕੇ ਨਾਲ ਹੁੰਦੀ ਹੈ ਕਿ ਤੁਸੀਂ ਆਪ ਮੁਹਾਰੇ ਹੀ ਰਾਹ ਤੇ ਟੁਰ ਪੈਂਦੇ ਹੋ। ਪਰ ਜਿਹੜੇ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਨ, ਜਿਹੜੇ ਆਪਣੇ ਜੀਵਨ ਦਾ ਇੱਕ ਲਕਸ਼ ਬਣਾ ਲੈਂਦੇ ਹਨ, ਇੱਕ ਏਮ ਬਣਾ ਲੈਂਦੇ ਹਨ, ਉਹਨਾਂ ਦਾ ਇੱਕ ਆਈਡਲ ਜ਼ਰੂਰ ਹੁੰਦਾ ਹੈ ਕਿ ਮੈਂ ਉਹਨਾਂ ਨੂੰ ਦੇਖਿਆ ਜਾਂ ਮੈਂ ਉਹਨਾਂ ਨੂੰ ਪੜ੍ਹਿਆ ਜਾਂ ਮੈਂ ਉਹਨਾਂ ਨੂੰ ਵਿਚਾਰਿਆ ਜਾਂ ਮੈਂ ਉਹਨਾਂ ਨੂੰ ਦੇਖਿਆ, ਤਾਂ ਕਰਕੇ ਮੈਂ ਇਹ ਸੋਚ ਲਿਆ ਕਿ ਮੈਂ ਇਹਨਾਂ ਵਰਗੇ ਬਣਨਾ ਹੈ। ਬੀਬੀ ਅਮਰਜੀਤ ਕੌਰ ਜੀ ਲਈ ਇਹਨਾਂ ਦੇ ਆਈਡਲ ਕੌਣ ਨੇ? ਅੱਜ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਦੀ ਹਾਂ ਤੁਹਾਡੇ ਇਸ ਟੀਵੀ ਚੈਨਲ ਤੋਂ ਕਿ ਮੈਨੂੰ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਣ ਦਾ ਮੌਕਾ ਬਖਸ਼ਿਆ। ਤੇ ਸਿੱਖ ਇਤਿਹਾਸ ਪੜ੍ਹਦੇ ਹੋਏ ਮੇਰੇ ਸਾਹਮਣੇ ਇੱਕ ਵਾਕਿਆ ਪੜ੍ਹਨ ਨੂੰ ਆਇਆ, ਜਦੋਂ 1704 ਵਿੱਚ ਮੇਰੇ ਸੱਚੇ ਪਾਤਸ਼ਾਹ, ਮੇਰੇ ਦਸ਼ਮੇਸ਼ ਪਿਤਾ, ਜਿਨ੍ਹਾਂ ਨੇ ਸਾਨੂੰ ਇਹ ਸਰੂਪ ਦਿੱਤਾ, ਸਾਨੂੰ ਸਾਡੀ ਹੋਂਦ ਦਿੱਤੀ, ਸਾਨੂੰ ਇੱਕ ਵਿਲੱਖਣਤਾ ਦਿੱਤੀ ਸਾਡੇ ਸਰੂਪ ਨੂੰ, ਉਹਨਾਂ ਦੇ 2 ਵੱਡੇ ਸਾਹਿਬਜ਼ਾਦੇ 40 ਸਿੰਘ ਉਸ ਚਮਕੌਰ ਦੀ ਗੜੀ ਵਿੱਚ ਮੇਰੇ ਭਾਈ ਵੱਡੇ 2 ਸ਼ਹੀਦ ਹੋਏ। ਉਸ ਵੇਲੇ ਮੇਰੇ ਪਾਤਸ਼ਾਹ ਨੇ ਨਾਲ ਦੇ ਪਿੰਡ ਵਿੱਚ ਇੱਕ ਬੀਬੀ ਜਿਨ੍ਹਾਂ ਦਾ ਨਾਮ ਸ਼ਰਨ ਕੌਰ ਹੈ, ਉਹਨਾਂ ਦੇ ਸਪੁਰਦ, ਉਹਨਾਂ ਦਾ ਸੰਸਕਾਰ, ਉਹਨਾਂ ਦੀਆਂ ਅੰਤਿਮ ਰਸਮਾਂ ਉਹਨਾਂ ਦੇ ਸਪੁਰਦ ਕੀਤੀਆਂ। ਮੈਂ ਅੱਜ ਆਪਣੇ ਸੱਚੇ ਪਾਤਸ਼ਾਹ ਦੇ ਉਸ ਪੂਰਨਿਆਂ ਤੇ ਇਸ ਇਤਿਹਾਸ ਨੂੰ ਪੜ੍ਹ ਕੇ ਚੱਲਣ ਦੀ ਮਾਮੂਲੀ ਜੀ ਕੋਸ਼ਿਸ਼ ਕਰ ਰਹੇ ਹੈਗੇ ਹਾਂ, ਤੇ ਉਸ ਬੀਬੀ ਨੂੰ ਸ਼ਰਧਾਂਜਲੀ ਭੇਂਟ ਕਰਦੀ ਹਾਂ ਮੈਂ ਤੁਹਾਡੇ ਚੈਨਲ ਦੇ ਥਰੂ, ਕਿ ਜਿਹਨੂੰ ਸੱਚੇ ਪਾਤਸ਼ਾਹ ਦਾ ਸਿੱਧਾ ਹੁਕਮ ਪ੍ਰਾਪਤ ਹੋਇਆ ਜੀ। ਅਸੀਂ ਸਿਰਫ ਉਹਨਾਂ ਪੂਰਨਿਆਂ ਤੇ ਚੱਲਣ ਦੀ ਛੋਟੀ ਮੋਟੀ ਜੀ ਕੋਸ਼ਿਸ਼ ਕਰਦੀ ਰਹਿੰਦੀ ਹੈਗੀ ਹਾਂ, ਤੇ ਉਸ ਦੇ ਹੁਕਮ ਵਿੱਚ ਚੱਲਣ ਦੀ, ਆਪਣੇ ਆਪ ਨੂੰ ਯੋਗ ਬਣਾਉਣ ਦੀ ਕੋਸ਼ਿਸ਼ ਕਰ। ਵਾਹਿਗੁਰੂ ਵਾਹਿਗੁਰੂ। 2 ਹੱਥ ਜੋੜ ਮੇਰੀ ਉਹਨਾਂ ਬੀਬੀਆਂ ਪਾਸੇ ਬੇਨਤੀ ਹੈ ਜੋ ਜੇ ਆਪਣੇ ਬੱਚਿਆਂ ਨੂੰ ਕੁਝ ਅੱਛਾ ਸਿਖਾ ਨਹੀਂ ਸਕਦੀਆਂ, ਹੋ ਸਕਦਾ ਹੈ ਉਹਨਾਂ ਦੀਆਂ ਵੀ ਕੋਈ ਵਜ੍ਹਾ ਹੋਵੇ, ਕੋਈ ਕਾਰਨ ਹੋਵੇ, ਉਹਨਾਂ ਕੋਲ ਆਪ ਇਹ ਇਤਿਹਾਸ ਜਾਣਨ, ਸੁਣਨ, ਪੜ੍ਹਨ ਦਾ ਸ਼ਾਇਦ ਸਮਾਂ ਜਾਂ ਸਬਬ ਨਾ ਬਣਿਆ ਹੋਵੇ। ਮੈਂ ਇਹ ਬੇਨਤੀ ਕਰਦੀ ਹਾਂ ਕਿ ਜੀਵਨ ਦੇ ਕਿਸੇ ਵੀ ਪੜਾਅ ਤੇ, ਜੀਵਨ ਦੇ ਕਿਸੇ ਵੀ ਉਮਰ ਤੇ ਆ ਕੇ ਕਦੀ ਇਹ ਨਾ ਸੋਚੋ ਕਿ ਹੁਣ ਮੇਰੀ ਉਮਰ ਬਹੁਤ ਜ਼ਿਆਦਾ ਹੋ ਗਈ, ਜਾਂ ਇਹ ਸੋਚੋ ਕਿ ਹਾਲੇ ਤਾਂ ਅਸੀਂ ਬਹੁਤ ਯੰਗ ਹਾਂ, ਵੀ ਹੈਵ ਗੋਟ ਪਲੈਂਟੀ ਆਫ ਟਾਈਮ। ਜੀ ਨਹੀਂ, ਐਸੀ ਸੇਧ ਲਓ ਜਦ ਸਤਿਗੁਰਾਂ ਦਾ ਨਾਂ ਲੈਣ ਤੇ, ਜਦ ਆਪਣੇ ਸਾਹਿਬਜ਼ਾਦਿਆਂ ਦਾ, ਆਪਣੇ ਵੱਡੇ ਭਰਾਵਾਂ ਦਾ, ਆਪਣੇ ਵੱਡੇ ਵੀਰਾਂ ਦਾ ਨਾਂ ਜ਼ੁਬਾਨ ਤੇ ਆਉਂਦਿਆਂ ਸਾਡੀਆਂ ਅੱਖਾਂ ਵਿੱਚ ਅਥਰੂ ਆ ਜਾਣ, ਉਦੋਂ ਹੀ ਜਾਣੋ ਕਿ ਅਸੀਂ ਇਤਿਹਾਸ ਨੂੰ, ਅਸੀਂ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਤੇ ਬੀਬੀ ਸ਼ਰਨ ਕੌਰ ਜੀ, ਜਿਨ੍ਹਾਂ ਦਾ ਇਤਿਹਾਸ ਵਿੱਚ ਆਪਣਾ ਇੱਕ ਸਥਾਨ ਹੈ, ਹੁਕਮ ਸਤਿਗੁਰੂ ਨੇ ਆਪ ਕੀਤਾ ਹੈ, ਕਾਰਜ ਉਹਨਾਂ ਆਪ ਕਰਾਏ ਨੇ, ਉਹਨਾਂ ਪੂਰਨਿਆਂ ਤੇ ਚੱਲਣ ਦੀ ਅਦਨੀ ਜਿਹੀ ਕੋਸ਼ਿਸ਼ ਸਮਝ ਰਹੇ ਨੇ ਅੱਜ ਇਹ ਬੀਬੀ ਅਮਰਜੀਤ ਕੌਰ ਜੀ, ਜੋ ਇਹ ਨਾ ਸੋਚਦੇ ਹੋਏ ਕਿ ਇਹ ਸਰੀਰ ਕਿਸ ਦਾ ਹੈ, ਇਹ ਕਿਸ ਧਰਮ ਤੋਂ ਹੈ, ਇਹ ਕਿਸ ਜ਼ਾਤ ਦਾ ਹੈ, ਕਿਸ ਪ੍ਰਾਂਤ ਦਾ ਹੈ, ਪਰ ਇਹ ਉਹਨਾਂ ਦਾ ਸੰਸਕਾਰ ਕਰਕੇ ਗੁਰੂ ਅੱਗੇ ਫਿਰ ਅਰਦਾਸ ਬੇਨਤੀਆਂ ਕਰਦੇ ਨੇ। ਇਹ ਦੇਖ ਤੋਂ ਇੱਕ ਬੜੇ ਹੀ ਸਰੀਨ, ਇੱਕ ਬੜੇ ਹੀ ਪਾਇਸ, ਇੱਕ ਸਾਦੀ ਜਿਹੀ ਬੀਬੀ ਮੇਰੇ ਕੋਲ ਬੈਠੇ ਨੇ, ਪਰ ਜੋ ਕਾਰਜ ਇਹ ਨਿਭਾ ਰਹੇ ਨੇ ਉਹ ਕਈ ਸ਼ਸਤਰਧਾਰੀਆਂ ਨਾਲੋਂ ਕਿਤੇ ਉੱਚਾ ਔਰ ਸੁੱਚਾ ਹੈ, ਕਿਤੇ ਨਿਵੇਕਲਾ ਹੈ, ਕਿਤੇ ਜ਼ਿਆਦਾ ਮੁਸ਼ਕਿਲ ਹੈ, ਔਖਾ ਹੈ। ਨਹੀਂ ਤੇ
ਹਰ ਵੇਲੇ ਦੇਹ ਦੇਖਣਾ, ਮੌਤ ਦੇਖਣੀ, ਇਹੀ ਕੁਛ ਦੇਖਣਾ, ਰੋਣ ਦੇਖਣਾ, ਵਿਰਲਾਪ ਦੇਖਣਾ। ਔਰ ਮੈਂ ਇਹਨਾਂ ਦੇ ਜ਼ੁਬਾਨ ਤੋਂ ਹੀ ਕੁਛ ਚਿਰ ਪਹਿਲਾਂ ਸੁਣਿਆ ਹੈ, ਕਈ ਸਰੀਰ ਇਨੀ ਐਸੇ ਵੀ ਦੇਖੇ ਨੇ ਜਿਨ੍ਹਾਂ ਵਿੱਚ ਗੁਰੂ ਐਸਾ ਦੁਖਾਂਤ ਕਿਸੇ ਨੂੰ ਨਾ ਦਿਖਾਵੇ, ਜੋ ਇਹ ਕਹਿੰਦੇ ਨੇ ਕਿ ਜਿਵੇਂ ਸਬਜ਼ੀਆਂ ਵਿੱਚ ਜੀ ਤੁਰੇ ਫਿਰਦੇ ਨੇ, ਕੀਟਾਣੂ ਹੁੰਦੇ ਨੇ, ਕੀੜੇ ਹੁੰਦੇ ਨੇ, ਇਹ ਉਹ ਸਰੀਰ ਦੇਖਦੇ ਨੇ ਜਿਨ੍ਹਾਂ ਦੇ ਵਿੱਚ ਕੀੜੇ ਚੱਲ ਰਹੇ ਹੁੰਦੇ ਨੇ ਔਰ ਇਹ ਉਹਨਾਂ ਨੂੰ ਸਾਫ਼ ਕਰਦੇ ਨੇ। ਕੀ ਐਸਾ ਹੁੰਦਾ ਹੈ ਬੀਬੀ ਜੀ? ਹਾਂਜੀ, ਜਦੋਂ ਤੁਸੀਂ ਇੱਕ ਸਰੀਰ ਦੇ ਡੀਕੰਪੋਜ਼ ਹੋਣ ਦੀ ਇੱਕ ਲਿਮਿਟ ਹੁੰਦੀ ਹੈ, 2 ਦਿਨ 3 ਦਿਨ 72 ਘੰਟਿਆਂ ਦੇ ਵਿੱਚ ਜੇ ਤੁਸੀਂ ਉਸ ਸਰੀਰ ਨੂੰ ਦੀ ਅੰਤਿਮ ਸੰਸਕਾਰ ਜਾਂ ਉਹਨੂੰ ਆਪਣਾ ਕਹਿੰਦੇ ਆ ਖਾਕ ਦੇ ਸਪੁਰਦ ਨਹੀਂ ਕਰਦੇ, ਤਾਂ ਉਹਦੀ ਡੀਕੰਪੋਜ਼ਿੰਗ ਦੇ ਵਿੱਚ ਜਿਹੜੀ ਡਿਟੀਰੀਓਰੇਸ਼ਨ ਆਉਂਦੀ ਹੈ, ਤਾਂ ਉਹਦੇ ਵਿੱਚ ਜੋ ਅਸੀਂ ਆਮ ਤੌਰ ਤੇ ਕਹਿੰਦੇ ਨਾ ਸਬਜ਼ੀ ਵਿੱਚ ਜੀ ਸੁੰਡੀ ਦੇਖੀ, ਜੀ, ਉਸ ਤਰ੍ਹਾਂ ਦੇ ਕੀੜੇ ਦੀ ਇੰਨੀ ਜ਼ਿਆਦਾ ਬਹੁਤਾਤ ਹੁੰਦੀ ਹੈ ਕਿ ਤੁਸੀਂ ਜਿਹੜੀ ਸਟੈਚਰ ਤੇ ਅਸੀਂ ਉਹਨੂੰ ਪਾਉਂਦੇ ਹਾਂ ਤਾਂ ਉਹਨੂੰ ਬੁੱਕ ਭਰਿਆ ਹੋਇਆ ਹੁੰਦਾ। ਵਾਹਿਗੁਰੂ ਵਾਹਿਗੁਰੂ ਜੀ, ਬੁੱਕ ਭਰਿਆ ਹੋਇਆ ਹੁੰਦਾ। ਤੇ ਉਦੋਂ ਸਾਨੂੰ ਅਸੀਂ ਸੋਚਦੇ ਹਾਂ ਕਿ ਜਿਸ ਦੇਹ ਦੇ ਵਿੱਚ ਵਾਹਿਗੁਰੂ ਨੇ ਫਰਮਾਇਆ ਹੈ, ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਹਰ ਤੁਧ ਮੇਂ ਜੋਤ ਰੱਖੀ ਤਾਤੂ ਜਗ ਮੇਂ ਆਇਆ। ਤੇ ਸਰੀਰ ਦੇ ਵਿੱਚ ਪਰਮਾਤਮਾ ਦਾ ਜਿਹੜਾ ਵਾਸ ਹੈ, ਉਦੋਂ ਜਦੋਂ ਅਸੀਂ ਦੇਖਦੇ ਹਾਂ ਨਾ ਉਹਦੇ ਵਿੱਚ, ਤਾਂ ਅਸੀਂ ਸੋਚਦੇ ਹਾਂ ਕਿ ਇਹਦੇ ਕਰਮ ਕਿਸ ਤਰ੍ਹਾਂ ਦੇ ਹੋਣਗੇ ਕਿ ਜਿਹੜਾ ਉਸਨੂੰ ਇਹ ਦਿਨ ਦੇਖਣਾ ਪਿਆ। ਤੇ ਮੈਂ ਇਹ ਸੋਚਦੀ ਹਾਂ ਵੀ ਸਾਨੂੰ ਜੋ ਵੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸਾਨੂੰ ਚਾਨਣ ਬਖਸ਼ਿਆ, ਅਸੀਂ ਉਸ ਚਾਨਣ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਵੀ ਚਾਨਣ ਮੁਨਾਰਾ ਬਣਾਉਣ ਦੀ ਅਦਨੀ ਜੀ ਕੋਸ਼ਿਸ਼ ਕਰਦੇ ਰਹੀਏ, ਤਾਂ ਕਿ ਅਸੀਂ ਉਸ ਦੀ ਜਿਹੜੀ ਹਸਤੀ ਸਾਡੇ ਵਿੱਚ ਹੈ ਉਹਦਾ ਪੂਰਾ ਸਤਿਕਾਰ ਕਰ ਸਕੀਏ। ਇਹ ਸਰੀਰਾ ਮੇਰਿਆ इस जग में आए के क्या तुद कर्म कमाया, की कर्म कमाया ये शरीरा जां तू जग में आया। ये सवाल है ते जवाब असीं देना है। ये सतगुरु ने साडे सबना तो पुछना है, हर सिख तो पुछना है कि भेजिया सी की कर्म कमाया, की कर्म कमाया तुद शरीरा जां तू जग में आया। नेत्र दिते, कंन दिते, जुबान दिती, महसूस करन दी शक्ति दिती, दिल दिता, दिमाग दिता, की कर्म कमाया। ते जो ऐसे गुरु के प्यारे हुंदे ने, इन्हां दे मुख उज्जल ने। अज भी ये बहुत घट प्रोग्राम्स विच दिखाड़ी दिंदे ने, ये बहुत घट आम इन्हां दे दर्शन हुंदे ने। संगत इन्हां तक आप ही पहुँच जाती है, इन्हां नूं बुलाउंदे ने, बड़े बड़े सन्मान इंटरव्यूज़ वक्खो वक्ख चैनल्स ते दिंदे आए ने। पर एक बड़ा ही सादा जीवन है इन्हां दा, जिस विच कोई शो ऑफ नहीं है, जिस विच कोई हौम्या नहीं है। नहीं ते निक्का कारज होवे ते सारी उम्र उसकी वड्डी तस्वीर बना के उसनूं दीवार ते टंग दिता जाता है कि मैं कदी ये कारज कीता सी। पर ये बेमिसाल जो कारज कर रहे ने, ये कहते ने कि संगत ही मेरे तक आ जाती है। जिन्हां नूं लोड़ हुंदी है वो PGI विच मेरा नां पता लै लेंदे ने ते मेरे तक पहुँच कर लेंदे ने, ते बाकी कारज ये आप ही नेपरे चढ़ाउंदे ने। ये है एक सही मायने विच खालसाई रूप विच खालसा पंथ दा मान बीबी अमरजीत कौर जी। अज जिथे फतेह TV अपने आप नूं सुभागा समझता है, उथे ही मैं अपने आप विच एक बड़ा ही मैनू खुशी का एहसास हो रहा है कि मैनू इन्हां दे दर्शन होए ने। इन्हां तो बहुत कुछ सीखण नूं समझण नूं मिलिया है, सुनन नूं मिलिया है। सतगुरु कृपा करे ना सिर्फ मेरे ते, मैं ते पंथ की हर ਸਿੰਘਣੀ ਲਈ, हर बीबी ਲਈ ਇਹ ਅਰਦਾਸ ਕਰਦੀ ਹਾਂ ਕਿ ਸਤਿਗੁਰੂ ਕਿਣਕਾ ਮਾਤਰ ਹੀ ਸਾਡੇ ਅੰਦਰ ਇਹੋ ਜਿਹੀ ਭਾਵਨਾ ਪ੍ਰਗਟ ਕਰ ਦੇਵੇ, ਤਾਂ ਕਿ ਅਸੀਂ ਵੀ ਮੁੱਖ ਉਜਲ ਹੋ ਲੈ ਕੇ ਉਸ ਦੇ ਦਰਬਾਰ ਵਿੱਚ ਜਾਈਏ। ਜਾਣ ਤੋਂ ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰੂੰਗੀ ਕਿ ਕੁਝ ਇੱਕ ਸ਼ਬਦ ਮੈਸੇਜ ਦੇ ਤੌਰ ਤੇ ਆਪ ਜੀ ਸਾਡੀ ਸੰਗਤ ਲਈ। ਮੈਂ ਅੱਜ ਤੁਹਾਡੇ TV ਦੇ ਮਾਧਿਅਮ ਤੋਂ ਆਪਣੀਆਂ ਉਹਨਾਂ ਬੀਬੀਆਂ, ਉਹਨਾਂ ਭੈਣਾਂ, ਉਹਨਾਂ ਸਿੰਘਣੀਆਂ ਨੂੰ ਸਿਰਫ ਇਹ ਕਹਿਣਾ ਚਾਹੁੰਦੀ ਹੈਗੀ ਹੈ ਵੀ ਮੇਰਾ ਜਿਹੜਾ ਦਿਲ ਹੈਗਾ ਉਹ ਔਰਤਾਂ ਦੇ ਪ੍ਰਤੀ ਪੀੜਤ ਰਹਿੰਦਾ ਹੈਗਾ।
ਤੇ ਉਹ ਕਿਸੇ ਵੀ ਅਣਦੱਸੇ ਕਾਰਨਾਂ ਕਰਕੇ ਆਪਣੇ ਜੀਵਨ ਨੂੰ ਜੂਨ ਦੀ ਤਰ੍ਹਾਂ ਭੁਗਤਦੀਆਂ ਮੈਂ ਦੇਖੀਆਂ ਹੈਗੀਆਂ ਜਦੋਂ ਮੈਂ ਜ਼ਿੰਦਗੀ ਵਿੱਚ ਵਿਚਰਦੀ ਹੈਗੀ ਹਾਂ। ਤੇ ਅਸੀਂ ਇੱਕ ਵਿਲੱਖਣ ਕੌਮ ਹੋਣ ਦੇ ਨਾਤੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜਾਗਦੀ ਸਰੂਪ ਦਸਾਂ ਗੁਰੂਆਂ ਦੀ ਦੇਹ ਸਾਡੇ ਕੋਲ ਚਾਨਣ ਦੇ ਰੂਪ ਵਿੱਚ ਮੌਜੂਦ ਹੈ, ਪ੍ਰਕਾਸ਼ ਦੇ ਰੂਪ ਵਿੱਚ ਮੌਜੂਦ ਹੈਗੇ। ਅਸੀਂ ਉਸ ਪ੍ਰਕਾਸ਼ ਦੇ ਵਿੱਚ ਆਪਣੇ ਵਿਲੱਖਣਤਾ ਨੂੰ ਸਾਰੇ ਸੰਸਾਰ ਵਿੱਚ ਫੈਲਾਈਏ ਤੇ ਆਪਣੇ ਆਪ ਨੂੰ, ਆਪਣੇ ਧਰਮ ਨੂੰ, ਆਪਣੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਨੁਸਰਨ ਕਰਕੇ ਇੱਕ ਐਸੀ ਮਿਸਾਲ ਕਾਇਮ ਕਰੀਏ ਕਿ ਜਿਹੜੀ ਰਹਿੰਦੀ ਦੁਨੀਆ ਤੱਕ ਲੋਕ ਸਿੱਖ ਧਰਮ ਨੂੰ ਇੱਕ ਇਸ ਤਰੀਕੇ ਨਾਲ ਯਾਦ ਕਰਨ ਕਿ ਇਹਨਾਂ ਵਿੱਚ ਮਰਦ ਹੀ ਨਹੀਂ ਬੀਬੀਆਂ ਨੂੰ ਵੀ ਬਰਾਬਰ ਦਾ ਦਰਜਾ ਮਿਲਿਆ ਹੋਇਆ ਜੀ। ਤੇ ਹੁਣ ਆਪ ਜੀ ਤੋਂ ਛੁੱਟੀਆਂ ਲਈਏ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪ ਜੀ ਨੇ ਬੜੇ ਹੀ ਖੂਬਸੂਰਤ ਕੀਮਤੀ ਵਿਚਾਰ ਬੀਬੀ ਅਮਰਜੀਤ ਜੀ ਪਾਸੋਂ ਸਰਵਣ ਕੀਤੇ ਨੇ। ਮੈਂ ਇਹ ਉਮੀਦ ਕਰਦੀ ਹਾਂ ਕਿ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਜ਼ਰੂਰ, ਜੇ ਸਾਰੇ ਹੀ ਨਹੀਂ ਤੇ ਕੁਝ ਇੱਕ ਤੇ ਮੇਰੀਆਂ ਭੈਣਾਂ ਬੀਬੀਆਂ, ਕਿਉਂਕਿ ਮੇਰੇ ਖਾਲਸਾ ਪੰਥ ਵਿੱਚ ਹਰ ਕੋਈ ਆਪਣੇ ਆਪ ਵਿੱਚ ਬਹੁਤ ਖਾਸ ਹੈ, ਉਚੇਚਾ ਹੈ, ਕਿਉਂਕਿ ਸਤਿਗੁਰੂ ਦਾ ਪਿਆਰਾ ਹੈ। ਤਾਂ ਹੀ ਤੇ ਅਸੀਂ ਸਿੰਘ ਹਾਂ ਤੇ ਕੌਰ ਹਾਂ, ਅਸੀਂ ਦਸਮ ਪਾਤਸ਼ਾਹ ਜੀ ਦੇ ਬੱਚੇ ਹਾਂ। ਇਸ ਲਈ ਢਹਿੰਦੀ ਕਲਾ ਸਾਡੀ ਕਲਾ ਨਹੀਂ ਹੈ। ਚੜ੍ਹਦੀ ਕਲਾ ਵਿੱਚ ਆਓ, ਇਹਨਾਂ ਤੋਂ ਕੁਛ ਸਿੱਖੀਏ, ਕੁਛ ਗ੍ਰਹਿਣ ਕਰੀਏ। ਜੋ ਕੁਛ ਚੰਗਾ ਲੱਗਾ ਹੋਵੇ ਦਿਲ ਹਿਰਦੇ ਵਿੱਚ ਵਸਾ ਲੈਣਾ, ਜੇ ਕੁਛ ਨਾ ਚੰਗਾ ਲੱਗਾ ਹੋਵੇ ਉਸ ਲਈ ਅਸੀਂ ਖਿਮਾ ਚਾਹਾਂਗੇ। ਤੇ ਹੁਣ ਇਜਾਜ਼ਤ ਦਿਓ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।